ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਪੱਤਰਕਾਰ। ਸਵਾਗਤ ਹੈ ਭਾਸਕਰ ਸਾਹਿਬ। ਬਹੁਤ ਬਹੁਤ ਧੰਨਵਾਦ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਜ ਇੱਕ ਵਾਰੀ ਫਿਰ ਇੱਕ ਨਵਾਂ ਚੈਪਟਰ, ਇੱਕ ਨਵਾਂ ਅਧਿਆਇ ਲਿਖਿਆ ਗਿਆ, ਜਦੋਂ ਪ੍ਰਤਾਪ ਸਿੰਘ ਬਾਜਵਾ 60 ਤੋਂ ਵੱਧ ਦੀ ਉਮਰ 'ਚ ਔਰ ਲਗਭਗ 100 ਕਿਲੋ ਦਾ ਭਾਰ ਨਾਲ ਮਿੰਟ ਦੇ ਵਿੱਚ ਛਾਲ ਮਾਰ ਕੇ ਟੇਬਲ ਤੇ ਚੜ੍ਹਦੇ ਆ, ਕਿਤੇ ਕਿਸਾਨੀ ਮਸਲਿਆਂ ਦੇ ਚੈਂਪੀਅਨ ਬਣ ਜਾਂਦੇ ਆ। ਰਾਜ ਸਭਾ ਦੇ ਵਿੱਚ ਰੂਲ ਬੁੱਕ ਚੱਕ ਕੇ ਸਪੀਕਰ ਦੀ ਕੁਰਸੀ ਵੱਲ ਮਾਰਦੇ। ਸਵਾਲ ਇਹ ਨਹੀਂਗਾ ਕਿ ਉਹਨਾਂ ਦਾ ਐਕਟ ਤਰਕ ਸੰਗਤ ਹੈ, ਸਵਾਲ ਇਹ ਨਹੀਂਗਾ ਕਿ ਉਹ ਜੋ ਕਰ ਰਹੇ ਆ ਅਸੀਂ ਉਹਨੂੰ ਐਪਰੀਸ਼ੀਏਟ ਕਰ ਰਹੇ ਹਾਂ। ਸਵਾਲ ਇਹ ਆ ਕਿ 9 ਮਹੀਨਿਆਂ ਤੋਂ ਦਿੱਲੀ ਦੇ ਬਾਰਡਰ ਤੇ ਕਦੇ ਸਰਦ ਰਾਤਾਂ ਤੇ ਕਦੇ ਹਾੜ ਦੀ ਤਪਸ਼ ਕਿਸਾਨ ਝੇਲ ਰਹੇ ਆ, ਕਿਸੇ ਨੂੰ ਦਿਸਦਾ ਹੀ ਕੱਖ ਨਹੀਂ। ਆਖੇ ਕਿਸਾਨੀ ਨੂੰ ਦਰਪੇਸ਼ ਮਸਲੇ ਤੇ ਉਹਨਾਂ ਦੇ ਹੱਲ ਦੇ ਉੱਤੇ ਚਰਚਾ ਕਰਾ ਲੈਂਦੇ ਆ, ਕਿਸਾਨੀ ਬਿੱਲਾਂ ਤੇ ਚਰਚਾ ਨਹੀਂ ਕਰਾਉਣੀ। ਬੰਦਾ ਖਿੱਚ ਗਿਆ ਤੇ ਫਿਰ ਇੱਕ ਵਾਰੀ ਪੰਜਾਬ ਦੀ ਰਾਜਨੀਤੀ 'ਚ ਚੰਗਾ ਭਲਾ ਚਿਹਰਾ ਬਣਿਆ ਦਿਸਦਾ ਹੈ। ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਦਿੱਲੀ 'ਚ ਨੇ, ਉਹ ਸੋਨੀਆ ਗਾਂਧੀ ਨੂੰ ਮਿਲਣ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੂੰ ਮਿਲ ਲੈਂਦੇ ਆ। ਪ੍ਰਸ਼ਾਂਤ ਕਿਸ਼ੋਰ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵਜੋਂ ਅਸਤੀਫਾ ਦੇ ਕੇ ਚਲੇ ਜਾਂਦੇ ਆ। ਇਸ ਮੁਲਾਕਾਤ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਔਰ ਕੈਪਟਨ ਅਮਰਿੰਦਰ ਸਿੰਘ 'ਚ ਕੀ ਖਿਚੜੀ ਪੱਕਦੀ ਆ, ਇਹ ਵੀ ਦੇਖਣਾ ਹੋਊਗਾ। ਹੁਣ ਤੋਂ ਥੋੜੀ ਦੇਰ ਬਾਅਦ ਕੈਪਟਨ ਸਾਹਿਬ ਸੋਨੀਆ ਗਾਂਧੀ ਨੂੰ ਮਿਲਣਗੇ ਤੇ ਜਦੋਂ ਤੱਕ ਅਸੀਂ ਇਹ ਪ੍ਰੋਗਰਾਮ ਪਬਲਿਸ਼ ਕਰਾਂਗੇ, ਹੋ ਸਕਦਾ ਮੀਟਿੰਗ ਚੱਲ ਰਹੀ ਹੋਵੇ ਜਾਂ ਸਿੱਟੇ ਤੇ ਪਹੁੰਚੀ ਹੋਵੇ। ਰੀਸ਼ਫਲ ਦੀ ਗੱਲ ਹੈ। ਕਿਸਾਨੀ ਮਾਮਲਿਆਂ ਤੇ ਤਕਲੀਫ ਹੋਣ ਲੱਗਦੀ ਆ, ਤਰਸ ਆਉਣ ਲੱਗਦਾ ਹੈ, ਖਿਝ ਆਉਣ ਲੱਗਦੀ ਆ ਕਿ ਆਪਣੇ ਦੇਸ਼ ਦੇ ਵਿੱਚ ਅੰਨਦਾਤੇ ਨਾਲ ਧੱਕਾ ਹੋ ਰਿਹਾ। ਇਹ ਸਾਰੇ ਮਸਲਿਆਂ ਤੇ ਗੱਲ ਕਰਾਂਗੇ। ਮੈਂ ਭਾਸਕਰ ਸਾਹਿਬ ਸ਼ੁਰੂਆਤ ਅੱਜ ਪ੍ਰਸ਼ਾਂਤ ਕਿਸ਼ੋਰ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਵੇਰ ਵੇਲੇ ਹੋਈ ਮੀਟਿੰਗ ਤੋਂ ਕਰਾਂਗਾ। ਆਖਰ ਇਹਦੇ ਵਿੱਚ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਰਿਹਾ, ਇਹਦੇ 'ਚ ਸਰਗੋਸ਼ੀਆਂ ਰਹੀਆਂ ਕਿ ਕੀ ਪੱਕਦਾ ਹੈ। ਕਿ ਅਜੇ ਵੀ ਸਲਾਹਕਾਰ ਵਜੋਂ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਪੂਰਦੇ ਆ। ਹਾਈ ਕਮਾਂਡ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਦਬਦਬਾ ਬਣਨਾ ਸ਼ੁਰੂ ਹੋ ਗਿਆ। ਕੀ ਉੱਥੇ ਐਡਵੋਕੇਸੀ ਕੈਪਟਨ ਅਮਰਿੰਦਰ ਸਿੰਘ ਦੀ ਕਰਦੇ ਰਹਿਣਗੇ ਪ੍ਰਸ਼ਾਂਤ ਕਿਸ਼ੋਰ, ਜਾਂ ਸੋਨੀਆ ਗਾਂਧੀ ਨੂੰ ਮਿਲਣ ਤੋਂ ਪਹਿਲਾਂ ਕਿਸ਼ੋਰ ਸਾਹਿਬ ਸਲਾਹ ਦੇ ਕੇ ਭੇਜ ਰਹੇ ਆ ਕਿ ਕਪਤਾਨ ਸਾਹਿਬ ਇੰਜ ਨਹੀਂ ਇੰਜ ਕਰ ਲਓ, ਸੂਤਰ ਆਜੂ ਗੇਮ। ਪ੍ਰਸ਼ਾਂਤ ਕਿਸ਼ੋਰ ਉਹਨਾਂ ਨੂੰ ਦੇ ਨਾਲ ਅੱਜ ਦੀ ਮੀਟਿੰਗ ਉਹ ਵੀ ਦਿੱਲੀ 'ਚ ਬੜੀ ਮਾਇਨੇ ਰੱਖਦੀ ਹੈ। ਸਾਨੂੰ ਇਹ ਤਾਂ ਨਹੀਂ ਪਤਾ ਬੰਦ ਕਮਰੇ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਕੀ ਚਰਚਾ ਹੋਈ, ਕੀ ਡਿਸਕਸ਼ਨ ਹੋਈ, ਪਰ ਅਸੀਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਾਂ ਕਿ ਇਸ ਚਰਚਾ ਦਾ ਸਬਜੈਕਟ ਕੀ ਹੋਇਆ ਹੋਵੇਗਾ। ਦੋ ਕੁ ਸਬਜੈਕਟ ਹੋ ਸਕਦੇ ਆ। ਇੱਕ, 2022 ਦੀ ਚੋਣਾਂ ਦੇ ਵਿੱਚ ਭਾਵੇਂ ਪ੍ਰਸ਼ਾਂਤ ਕਿਸ਼ੋਰ ਹੋਣਾ ਇੱਕ ਆਪਣੀ ਅਸਤੀਫਾ ਜ਼ਰੂਰ ਦੇ ਚੁੱਕੇ ਨੇ ਪ੍ਰਧਾਨ ਸਲਾਹਕਾਰ ਦੇ ਰੂਪ ਵਿੱਚ, ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇਸ ਗੱਲ ਦਾ ਆਸ਼ਵਾਸਨ ਮੰਗਣਾ ਚਾਹੀਦਾ ਸੀਗਾ, ਮੰਗਿਆ ਹੋਏਗਾ ਕਿ ਤੁਸੀਂ ਤੇ ਤੁਹਾਡੀ ਟੀਮ, ਯਾਨੀ ਜਿੱਦਾਂ ਮਹਾਭਾਰਤ ਦੀ ਲੜਾਈ ਸੀ ਨਾ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਤੁਹਾਨੂੰ ਨਾਰਾਇਣ ਚਾਹੀਦਾ ਹੈ, ਨਾਰਾਇਣੀ ਸੈਨਾ। ਨਾਰਾਇਣ ਤੇ ਹੁਣ ਰਿਜ਼ਾਈਨ ਦੇ ਗਿਆ, ਪਰ ਨਾਰਾਇਣੀ ਸੈਨਾ ਉਹ ਜ਼ਰੂਰ ਕੈਪਟਨ ਸਾਹਿਬ ਨੇ ਅੱਜ ਮੰਗਣ ਦੀ ਕੋਸ਼ਿਸ਼ ਕੀਤੀ ਹੋਏਗੀ, ਯਾਨੀ ਆਈਪੈਕ ਕੰਪਨੀ ਦਾ ਸਾਥ। ਆਈਪੈਕ ਕੰਪਨੀ ਪ੍ਰਸ਼ਾਂਤ ਕਿਸ਼ੋਰ ਦੀ ਕੰਪਨੀ ਹੈ। ਭਾਵੇਂ ਕੰਪਨੀ ਦੇ ਵਿੱਚ ਉਹਨਾਂ ਦੇ ਮੁਲਾਜ਼ਮ ਕੰਮ ਕਰਦੇ ਨੇ, ਪਰ ਉਹ ਨਿਰਦੇਸ਼ ਜਿੰਨੇ ਵੀ ਹੁੰਦੇ ਨੇ ਉਹ ਪ੍ਰਸ਼ਾਂਤ ਕਿਸ਼ੋਰ ਦੇ ਹੁੰਦੇ ਨੇ। ਹੋ ਸਕਦਾ ਮੁੱਦਾ ਇਹ ਵੀ ਹੋਏ ਕਿ ਆਈਪੈਕ ਕੰਪਨੀ ਨੂੰ ਅਸੀਂ ਇੰਗੇਜ ਕਰਨਾ ਚਾਹੁੰਦੇ ਹਾਂ, ਕਿਉਂਕਿ ਦੂਜੇ ਪਾਸੇ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਏ ਤੇ ਉਹ ਪ੍ਰਸ਼ਾਂਤ ਕਿਸ਼ੋਰ ਦੇ ਪਾਰਟਨਰ ਰਹਿ ਚੁੱਕੇ ਸੁਨੀਲ ਕੋਨੂਗਲੂ, ਉਹਨਾਂ ਨੇ ਪਹਿਲੇ ਹੀ ਉਹਨਾਂ ਨੂੰ ਇੰਗੇਜ ਕਰ ਲਿਆ ਔਰ 400-500 ਲੋਕ ਪੰਜਾਬ ਦੇ ਵਿੱਚ ਆਲਰੇਡੀ ਕੰਮ ਕਰਨਾ ਸ਼ੁਰੂ ਕਰ ਚੁੱਕੇ ਨੇ। ਇੱਦਾਂ ਦਾ ਹੀ ਕੋਈ ਗਠਬੰਧਨ, ਕੋਈ ਕੰਟਰੈਕਟ ਉਹ ਸਾਈਨ ਕਰਨਾ ਚਾਹੁੰਦੇ ਹੋਣਗੇ ਆਈਪੈਕ ਕੰਪਨੀ ਦੇ ਨਾਲ। ਦੂਜਾ, ਪ੍ਰਸ਼ਾਂਤ ਕਿਸ਼ੋਰ ਦਾ ਰੋਲ ਹੁਣ ਵੱਡਾ ਹੈ। ਉਹ ਨੈਸ਼ਨਲ ਪੋਲਿਟਿਕਸ ਦੇ ਵਿੱਚ ਕਾਂਗਰਸ ਜੁਆਇਨ ਕਰਕੇ ਜਾਂ ਕਾਂਗਰਸ ਨੂੰ ਬਿਨਾਂ ਜੁਆਇਨ ਕਰਕੇ ਉਹ ਇੱਕ ਨੈਸ਼ਨਲ ਫਰੰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਉਹ ਕਾਂਗਰਸ ਪਾਰਟੀ ਦੇ ਅੰਦਰ ਦੇਖੇ ਜਾਣਗੇ। ਉਹ ਆਈਪੈਕ ਕੰਪਨੀ ਦਾ ਕੰਮ ਨਹੀਂ ਹੋਏਗਾ, ਉਹ ਕੰਮ ਹੋਏਗਾ ਪ੍ਰਸ਼ਾਂਤ ਕਿਸ਼ੋਰ ਦਾ ਐਜ਼ ਕਨਵੇਨਰ। ਹੁਣ ਉਸ ਰੋਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੁਝ ਰਾਏ ਅੱਜ ਮੰਗੀਆਂ ਹੋਣਗੀਆਂ ਕਿ ਬਈ ਮੈਂ ਸੋਨੀਆ ਗਾਂਧੀ ਨੂੰ ਮਿਲਣ ਜਾ ਰਿਹਾ, ਉੱਥੇ ਮੈਂ ਕੀ ਗੱਲ ਤੇ ਕਿੱਦਾਂ ਕਰਾਂ, ਉਹਦੇ ਉੱਤੇ ਡਿਸਕਸ਼ਨ ਹੋਈ ਹੋਏਗੀ। ਕਿਉਂਕਿ ਜਿਹੜੀ ਟਕਰਾਵ ਦੀ ਰਾਜਨੀਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ, ਅਸੀਂ ਪਹਿਲੇ ਵੀ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਜੋ ਕੁਝ ਸਿੱਧੂ ਦੇ ਐਲੀਵੇਸ਼ਨ ਤੱਕ ਹੋਇਆ, ਉਹਦੇ ਪਿੱਛੇ ਕਿਸੇ ਨਾ ਕਿਸੇ ਜਗ੍ਹਾ ਸਕ੍ਰਿਪਟ ਪ੍ਰਸ਼ਾਂਤ ਕਿਸ਼ੋਰ ਦੀ ਲਿਖੀ ਹੋਈ ਸੀਗੀ। ਅੱਜ ਵੀ ਇੱਕ ਸਕ੍ਰਿਪਟ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਦਿੱਤੀ ਹੋਏਗੀ ਕਿ ਜੇ ਕੈਬਨਿਟ ਰੀਸ਼ਫਲ ਕਰਨਾ ਹੈ ਤੇ ਇੱਦਾਂ ਕਰ ਲਓ, ਉੱਦਾਂ ਕਰ ਲਓ, ਫਲਾਣੇ ਨੂੰ ਨਾਰਾਜ਼ ਨਾ ਕਰੋ ਜਾਂ ਕੋਈ ਹੋਰ ਫਰੰਟ ਨਾ ਖੋਲੋ। ਪਰ ਚਲੋ ਇਹ ਤੇ ਬੰਦ ਕਮਰਿਆਂ ਦੀ ਗੱਲ ਹੈ, ਪਰ ਇਹ ਮੀਟਿੰਗ ਬੜੀ ਇੰਪੋਰਟੈਂਸ ਰੱਖਦੀ ਹੈ।
ਹੁਣ 5 ਜੀ ਵਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸੋਨੀਆ ਗਾਂਧੀ ਨਾਲ ਮੀਟਿੰਗ ਹੈਗੀ ਹੈ। ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਕੈਬਨਿਟ ਰਿਸ਼ਫਲ ਦੀ ਗੱਲ ਹੋਏਗੀ। ਪੰਜਾਬ ਜੀ ਦੇ ਵਿੱਚ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਟਕਰਾਵ ਦੀ ਸਥਿਤੀ ਉਤਪੰਨ ਹੋਈ ਹੈ, ਉਹਦੇ ਉੱਤੇ ਜੀ ਵੀ ਜ਼ਿਕਰ ਹੋਏਗਾ। ਇਹ ਮੀਟਿੰਗ ਕਿੰਨੀ ਵੱਡੀ ਹੁੰਦੀ ਹੈ, ਕਿੰਨੀ ਲੰਬੀ ਹੁੰਦੀ ਹੈ, ਔਰ ਉਸ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਬਾਡੀ ਲੈਂਗੁਏਜ ਕੀ ਕਹਿੰਦੀ ਹੈ, ਇਹਦੇ ਉੱਤੇ ਮੀਡੀਆ ਦੀ ਨਜ਼ਰ ਜ਼ਰੂਰ ਹੋਏਗੀ। ਮੀਡੀਆ ਇਸ ਟਾਈਮ ਸੋਨੀਆ ਗਾਂਧੀ ਦੇ ਘਰ ਬਾਹਰ ਖੜਾ ਹੈ ਔਰ ਉਹ ਬਾਡੀ ਲੈਂਗੁਏਜ ਨੂੰ ਦੇਖਣ ਦੀ ਕੋਸ਼ਿਸ਼ ਹੈ ਕਿ ਕੈਪਟਨ ਸਾਹਿਬ ਅੱਜ ਕਿਸ ਤਰੀਕੇ ਨਾਲ ਬਾਹਰ ਨਿਕਲਦੇ ਨੇ, ਉਹ ਮੀਡੀਆ ਨਾਲ ਗੱਲ ਕਰਦੇ ਹੈ ਜਾਂ ਨਹੀਂ ਕਰਦੇ ਹੈ। ਪਰ ਉਸ ਤੋਂ ਬਾਅਦ 7 ਵਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਅਮਿਤ ਸ਼ਾਹ ਉਹਨਾਂ ਨਾਲ ਮੀਟਿੰਗ ਹੈ। ਹੁਣੇ ਇੱਕ ਟਿਫਿਨ ਬੰਬ ਅੰਮ੍ਰਿਤਸਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਤੋਂ ਡਰੋਨ ਤੋਂ ਲੈ ਕੇ ਆਏ ਸੀਗੇ, ਉੱਥੇ ਗਿਰਾਏ ਗਏ ਸੀਗੇ, ਉਹ ਮਿਲੇ। ਇਹ ਆਪਣੇ ਆਪ ਵਿੱਚ ਇੰਡੀਕੇਸ਼ਨ ਹੈਗਾ ਕਿ ਪੰਜਾਬ ਦੇ ਵਿੱਚ ਦੁਬਾਰਾ ਅੱਤਵਾਦ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਦੀ ਸ਼ਾਂਤੀ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਅਮਿਤ ਸ਼ਾਹ ਨੂੰ ਮਿਲਣਗੇ। ਮੁੱਦਾ ਭਾਵੇਂ ਇਹ ਕਿਹਾ ਜਾ ਰਿਹਾ ਹੈ, ਪਰ ਕੁਝ ਰਾਜਨੀਤੀ ਵੀ ਅਮਿਤ ਸ਼ਾਹ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਡਿਸਕਸ ਕਰ ਸਕਦੇ ਆ, ਖਾਸ ਕਰਕੇ ਕਿਸਾਨੀ ਮੁੱਦੇ ਤੇ। ਹੋਰ ਇਸ ਤਰ੍ਹਾਂ ਦੇ ਕਈ ਮੁੱਦੇ ਹੈਗੇ ਆ ਜੋ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਜਿਸ ਤਰ੍ਹਾਂ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਕੈਪਟਨ ਸਾਹਿਬ ਬੀਜੇਪੀ ਦੀ ਵੀ ਪਹਿਲੀ ਚੁਆਇਸ ਹੈਗੇ ਆ ਐਜ਼ ਪੰਜਾਬ ਸੀਐਮ, ਤੇ ਉਸ ਪਸੰਦ ਦੇ ਨਾਲ ਕੋਈ ਨਾ ਕੋਈ ਗੱਲ ਰਾਜਨੀਤੀ ਤੋਂ ਪ੍ਰੇਰਿਤ ਵੀ ਹੋ ਸਕਦੀ ਜੀ। ਤੁਹਾਡੀ ਗੱਲ ਠੀਕ ਹੈ ਕਿ ਬਹਾਨਾ ਭਾਵੇਂ ਪੰਜਾਬ ਦੇ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਲੈ ਕੇ, ਬਾਰਡਰ ਪਾਰ ਤੋਂ ਡਰੋਨ ਰਾਹੀਂ ਸੁੱਟੇ ਜਾਂਦੇ ਗੋਲੀ ਸਿੱਕੇ ਤੇ ਅਸਲੇ ਨੂੰ ਲੈ ਕੇ, ਜਾਂ ਨਸ਼ੇ ਦੀ ਸਮਗਲਿੰਗ ਨੂੰ ਲੈ ਕੇ ਆ, ਬਹਾਨਾ ਕੁਝ ਇਹ ਹੈ। ਲੇਕਿਨ ਗੱਲ ਇਹ ਵੀ ਹੈ ਕਿ ਨੀਝ ਲਾਈ ਹੋਊਗੀ ਕੇਂਦਰ ਦੀ ਹਾਕਮ ਜਮਾਤ ਨੇ ਦੇਰ ਤੋਂ ਪੰਜਾਬ ਵੱਲ, ਜਦੋਂ ਦਾ ਇੱਥੇ ਆਪਸ ਵਿੱਚ ਕਲੇਸ਼ ਪਿਆ, ਕਿ ਇਹਦੇ ਵਿੱਚ ਸਿੱਧੂ ਨੂੰ ਤਾਂ ਖੜਾ ਕਰਤਾ ਹਾਈ ਕਮਾਂਡ ਕਾਂਗਰਸ ਦੀ ਨੇ। ਕੈਪਟਨ ਅਮਰਿੰਦਰ ਸਿੰਘ ਦੀ ਕਿਰਕਰੀ ਵੀ ਹੋਈ। ਕੈਪਟਨ ਅਮਰਿੰਦਰ ਸਿੰਘ ਨੂੰ ਬੁਰਾ ਦੌਰ ਦੇਖਣਾ ਪਿਆ। ਜਿਹੜਾ ਵਿਅਕਤੀ ਡੋਮੀਨੇਟ ਕਰ ਰਿਹਾ ਸੀ ਪੰਜਾਬ ਦੀ ਪੋਲਿਟਿਕਸ ਵਿੱਚ, ਉਸ ਵਿਅਕਤੀ ਨੂੰ ਝੁਕਣਾ ਪਿਆ, ਤਕਲੀਫ ਸਹਿਣੀ ਪਈ। ਮੁਸ਼ਕਲ ਦੌਰ ਚੋਂ ਜਿਸ ਦਿਨ ਉੱਥੇ ਤਾਜਪੋਸ਼ੀ ਸੀ, ਨਿਕਲਣਾ ਪਿਆ। ਔਰ ਐਸੀ ਸਥਿਤੀ ਦੇ ਵਿੱਚ ਕੇਂਦਰ ਕਿਸੇ ਨਾ ਕਿਸੇ ਵਾਇਆ ਮੀਡੀਆ ਮੁੱਖ ਮੰਤਰੀ ਨਾਲ ਗੱਲ ਤਾਂ ਕਰਦਾ ਹੋਊਗਾ। ਸੋ ਗ੍ਰਹਿ ਮੰਤਰੀ ਨੂੰ ਮਿਲਣ ਦਾ ਮਤਲਬ ਹੈ ਜਿਹੜੀ ਇੱਕ ਜੋੜੀ ਹੈ, ਉਹਦੇ ਚੋਂ ਕਿਸੇ ਇੱਕ ਨੂੰ ਮਿਲ ਲਓ ਤੇ ਗੱਲ ਸਾਰੀ ਕੇਂਦਰ ਸਰਕਾਰ ਦੀ ਆ ਜਾਂਦੀ। ਖੈਰ, ਡੈਫੀਨੇਟਲੀ ਜੇਕਰ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੀ ਚੋਇਸ ਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਡਰੈਸ ਕਰਨੇ ਪੈਣਗੇ ਕਿਸਾਨੀ ਮਸਲੇ। ਅਦਰਵਾਈਜ਼ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਵਾਈਵਲ ਸੰਭਵ ਨਹੀਂ। ਹੋ ਸਕਦਾ ਇਹਨਾਂ ਮੁੱਦਿਆਂ ਤੇ ਵੀ ਗੱਲ ਹੋ ਜੇ, ਕਿਉਂਕਿ ਪਿੱਛੇ ਕੈਪਟਨ ਸਾਹਿਬ ਨੇ ਚਿੱਠੀ ਲਿਖੀ ਸੀ, ਕਿਸਾਨੀ ਮੁੱਦੇ ਹੱਲ ਕਰ ਦਿਓ, ਇਹ ਬਾਰਡਰ ਸਟੇਟ ਹੈ, ਸ਼ਾਂਤੀ ਚਾਹੀਦੀ। ਹੋ ਸਕਦਾ ਉਹ ਗੱਲ ਕਰ ਆਉਣ ਤੇ ਇਹ ਆ ਕੇ ਕਹਿ ਦੇਣ ਕਿ ਕੇਂਦਰ ਮੰਨਣ ਨੂੰ ਤਿਆਰ ਆ, ਮੈਂ ਕਿਸਾਨਾਂ ਨਾਲ ਗੱਲ ਕਰੂੰਗਾ, ਔਰ ਗੱਲ ਅੱਗੇ ਵੱਧ ਜੇ ਤੇ ਫਿਰ ਇਹਦੇ ਵਿੱਚ ਚੈਂਪੀਅਨ ਅਮਰਿੰਦਰ ਸਿੰਘ ਬਣ ਜਾਣ। ਪਰ ਜੇ ਅੱਜ ਦੀ ਮੀਟਿੰਗ ਸੁਖਾਵੀਂ ਰਹਿੰਦੀ ਆ ਸੋਨੀਆ ਗਾਂਧੀ ਨਾਲ, ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ 'ਚ ਫ੍ਰੀ ਹੈਂਡ ਦਿੱਤਾ ਜਾਂਦਾ, ਇਹ ਭਰੋਸਾ ਦਿੱਤਾ ਜਾਂਦਾ ਕਿ ਤੁਸੀਂ ਕਿਤੇ ਨਹੀਂ ਜਾ ਰਹੇ, ਅਗਲੀ ਇਲੈਕਸ਼ਨ 'ਚ ਵੀ ਤੁਸੀਂ ਸਾਡੇ ਨਾਲ ਹੋ। ਹਾਲਾਤ ਬਦਲਦੇ ਨੇ, ਲੀਡਰ ਨਹੀਂ ਬਦਲਦੇ। ਜੇ ਕਿਧਰੇ ਪੁਰਾਣੀਆਂ ਵਫਾਦਾਰੀਆਂ ਤੇ ਰਿਸ਼ਤੇ ਜੋਸ਼ ਮਾਰ ਗਏ, ਇਹ ਵੀ ਕਹਿਤਾ ਜਾਊਗਾ ਕਿ ਤੁਸੀਂ ਸਾਡੀ ਪਹਿਲੀ ਚੁਆਇਸ ਹੋ, ਫਿਰ ਉਹ ਸ਼ਾਇਦ ਅਮਿਤ ਸ਼ਾਹ ਨਾਲ ਜਿਹੜੇ ਤੁਸੀਂ ਮੁੱਦੇ ਕਹਿ ਰਹੇ ਉਹਨਾਂ ਤੇ ਗੱਲ ਕਰਨੀ ਜ਼ਿਆਦਾ ਪਸੰਦ ਕਰਨ। ਅਦਰਵਾਈਜ਼ ਸਿਆਸਤ ਪੂਰੀ ਹੋਣ ਵਾਲੀ ਆ। ਮੈਂ ਇਹ ਤੋਂ ਇੱਕ ਕਦਮ ਅੱਗੇ ਜਾਣ ਲੱਗਿਆ। ਤੁਸੀਂ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਰੀਓਂ, ਮੈਂ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਰੀਓਂ ਕਰਨਾ ਚਾਹੁੰਦਾ। ਭਾਵੇਂ ਪ੍ਰਤਾਪ ਸਿੰਘ ਬਾਜਵਾ ਦਾ ਅੱਜ ਦਾ ਪਾਰਲੀਮੈਂਟ ਦਾ ਐਕਟ ਜਿਹੜਾ ਉਹ ਬੀਜੇਪੀ ਦੇ ਖਿਲਾਫ ਸੀ, ਉਹ ਕਹਿੰਦੇ ਮੈਂ 267 ਦੇ ਤਹਿਤ ਕੰਮ ਰੋਕੂ ਪ੍ਰਸਤਾਵ ਦੇ ਮਤੇ ਦਿੰਦਾ ਰਿਹਾ, ਕਿਸੇ ਨੇ ਸਾਡੀ ਸੁਣੀ ਨਹੀਂ। ਅੱਜ ਹਫਤਾ 10 ਦਿਨ ਹੋ ਗਏ ਅਸੀਂ ਰੌਲਾ ਪਾਉਂਦੇ ਰਹਿ ਗਏ। ਬੀਤੇ ਦਿਨ ਇਹ ਕਹਿਤਾ ਗਿਆ ਕਿ ਕਿਸਾਨੀ ਦਰਪੇਸ਼ ਮਸਲਿਆਂ ਦੇ ਉੱਤੇ ਬਹਿਸ ਕਰਾ ਲੈਂਦੇ ਆ। ਉਹਦੇ ਚ 5 ਸਪੀਕਰ ਬੀਜੇਪੀ ਨੇ ਆਪਣੇ ਦੇਤੇ, 3 ਕਾਂਗਰਸ ਦੇ ਦੇਤੇ, ਜਿਹ ਚ ਬਾਜਵਾ ਸੀਗੇ, ਜਿਹਦੇ ਵਿੱਚ ਆਨੰਦ ਸ਼ਰਮਾ ਸੀਗੇ, ਔਰ ਜਿਹਦੇ ਵਿੱਚ ਜੈਰਾਮ ਰਮੇਸ਼ ਵੀ ਸੀ। ਪਰ ਮਸਲਾ ਤੇ ਬਿੱਲਾਂ ਦਾ ਸੀ, ਬਿੱਲਾਂ ਤੇ ਬਹਿਸ ਹੋ ਹੀ ਨਹੀਂ ਰਹੀ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ, ਮੈਂ ਪੁੱਛਣਾ ਚਾਹੁੰਦਾ ਕਿ ਜ਼ਰਾ ਬ੍ਰੇਨ ਨੂੰ ਘੁਮਾ ਕੇ ਦੇਖਿਓ, ਗੁਗਲੀ ਕਿਤੇ ਇੰਜ ਤਾਂ ਨਹੀਂ ਕਿ ਬਾਜਵਾ ਕਿਸਾਨੀ ਮਾਮਲਿਆਂ 'ਚ ਇੱਕ ਚੈਂਪੀਅਨ ਵਾਂਗ ਅੱਗੇ ਵੱਧਦੇ ਪਏ। ਕੱਲ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਚਿਹਰੇ ਤਾਂ 2-3 ਹੀ ਚੱਲਣੇ, ਅਕਾਲੀਆਂ ਦਾ ਸੁਖਬੀਰ ਸਿੰਘ ਆ, ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ 'ਚ ਅਜੇ ਮੈਚ ਫਸਿਆ ਪਿਆ ਕਿ ਦੋਨਾਂ 'ਚੋਂ ਕਿਹੜਾ ਚਿਹਰਾ ਹੋਊਗਾ। 2 ਪਾਰਟੀਆਂ ਦੇ ਚਿਹਰੇ ਅਜੇ ਡਿਸਾਈਡ ਨਹੀਂ ਹੋਏ, ਨਾ ਆਮ ਆਦਮੀ ਪਾਰਟੀ ਦਾ ਨਾ ਬੀਜੇਪੀ ਦਾ। ਪ੍ਰਤਾਪ ਸਿੰਘ ਬਾਜਵਾ ਕਿਸੇ ਇੱਕ ਦਾ ਚਿਹਰਾ ਹੋ ਸਕਦੇ,
ਚਾਰ ਚਿਹਰਿਆਂ 'ਚ ਗੇਮ ਅੱਗੇ ਵੱਧ ਰਹੀ ਹੈ। ਭਗਵੰਤ ਮਾਨ ਥੋੜਾ ਜਿਹਾ ਪਿੱਛੇ ਰਹਿ ਗਿਆ। ਮੈਨੂੰ ਫਿਰ ਘੁਮਾ ਕੇ ਦੱਸਿਓ, ਬਾਜਵਾ ਦੀ ਗੁਗਲੀ ਪਾਰਲੀਮੈਂਟ ਦੇ ਵਿੱਚ ਉਹ ਸਰੀਰ ਤਾਂ ਬਹੁਤਾ, ਭਾਵੇਂ ਉਹਨਾਂ ਦਾ ਹੁਣ ਭਾਰਾ ਨਹੀਂ ਰਿਹਾ, ਐਕਸਰਸਾਈਜ਼ ਬੜੀ ਕਰਦੇ ਆ, ਪਰ ਇਹ ਪਤਾ ਲੱਗ ਗਿਆ ਕਿ ਭਲਵਾਨ ਅਖਾੜੇ ਦੇ ਭਲਵਾਨ ਵਾਂਗ ਜਿੱਦਾਂ ਉਹਨਾਂ ਛਾਲ ਮਾਰੀ ਆ ਤੇ ਆਹ ਕਰਕੇ ਸੁੱਟੀ ਆ ਨਾ ਕਿਤਾਬ, ਰੂਲ ਬੁੱਕ, ਬੰਦੇ 'ਚ ਦਮ ਤੇ ਹੈਗਾ, ਮਜਾਇਲ ਆ ਪੱਕਾ। ਕੀ ਕਹਿੰਦੇ ਹੋ? ਨਹੀਂ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜਿਹੜੀ ਚਿਹਰਿਆਂ ਦੀ ਰਾਜਨੀਤੀ ਹੈ, ਹੁਣ ਸਵਾਏ ਸੁਖਬੀਰ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਜੋ ਆਪਣੀ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਮੰਨਦੇ ਨੇ ਔਰ ਲੋਕ ਵੀ ਮੰਨਦੇ ਨੇ, ਬਾਕੀ ਸਾਰੀ ਪੋਲੀਟੀਕਲ ਪਾਰਟੀਆਂ, ਭਾਵੇਂ ਉਹ ਕਾਂਗਰਸ ਹੋਏ ਜਿਹਦੇ ਵਿੱਚ ਅੱਜ ਮੁੱਖ ਮੰਤਰੀ ਦਾ ਚਿਹਰਾ ਸਪਸ਼ਟ ਨਹੀਂ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਗੇ ਜਾਂ ਨਵਜੋਤ ਸਿੰਘ ਸਿੱਧੂ ਹੋਏਗਾ ਜਾਂ ਫਿਰ ਕੋਈ ਹੋਰ, ਦੂਜੇ ਪਾਸੇ ਆਮ ਆਦਮੀ ਪਾਰਟੀ ਉਸ ਸਿੱਖ ਚਿਹਰੇ ਨੂੰ ਹਜੇ ਵੀ ਦੀਵਾ ਲੈ ਕੇ ਲੱਭਦੀ ਪਈ ਹੈ। ਕੋਈ ਐਦਾਂ ਦਾ ਚਿਹਰਾ ਮਿਲ ਜਾਏ ਜਿਹਨੂੰ ਲੋਕ ਵਾਕਈ ਪਸੰਦ ਕਰਦੇ ਹੋਣ, ਸਾਰੇ ਪੰਜਾਬ ਦੇ ਲੋਕ ਉਹਨੂੰ ਪਿਆਰ ਕਰਦੇ ਹੋਣ, ਤੇ ਉਹ ਚਿਹਰਾ ਹਜੇ ਉਹਨਾਂ ਨੂੰ ਮਿਲਿਆ ਨਹੀਂ। ਔਰ ਅਗਰ ਢੀਂਡਸਾ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦਾ ਤਾਂ ਚਿਹਰਾ, ਸੂਰਤ ਤੇ ਸੀਰਤ ਹਜੇ ਤੱਕ ਬਿਲਕੁਲ ਨਜ਼ਰ ਨਹੀਂ ਆਈ। ਔਰ ਬੀਜੇਪੀ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਤੇ ਕਰਦੀ ਹੈ, ਪਰ ਜਿੱਦਾਂ ਅਸੀਂ ਮੰਨੀਏ ਨਾ ਨੂਮਨ ਤੇਲ ਹੋਗਾ ਨਾ ਰਾਧਾ ਨਾਚੇਗੀ, ਲੱਗਦਾ ਨਹੀਂ ਕਿ ਬੀਜੇਪੀ ਉਸ ਸਟੇਜ ਤੱਕ ਅੱਜ ਦੇ ਹਾਲਾਤ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋ ਸਕਦੀ ਹੈ ਜਿਹਦੇ ਵਿੱਚ ਉਹ ਆਪਣਾ ਸੀਐਮ ਬਣਾਉਣ ਦੀ ਕਦਾਰ ਦੇ ਵਿੱਚ ਪਹੁੰਚ ਸਕਣ। ਇੱਦਾਂ ਦੇ ਵਿੱਚ ਵੈਕੈਂਸੀਆਂ ਬੜੀ ਹੈ। ਹੁਣ ਵੈਕੈਂਸੀਆਂ ਦੇ ਵਿੱਚ ਹਰ ਬੰਦਾ ਉਹ ਸਿੱਖ ਚਿਹਰਾ, ਉਹ ਸੋਹਣਾ ਸਿੱਖ ਚਿਹਰਾ, ਉਹ ਸਿੱਖ ਚਿਹਰਾ ਜਿਹੜਾ ਲੋਕਾਂ ਨੂੰ ਪਸੰਦ ਆਏ, ਉਹ ਸ਼ੀਸ਼ੇ 'ਚ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਅੱਜ ਪ੍ਰਤਾਪ ਸਿੰਘ ਬਾਜਵਾ ਦਾ ਜ਼ੋਰਦਾਰ ਪ੍ਰਦਰਸ਼ਨ ਉਸ ਸ਼ੀਸ਼ੇ ਦੇ ਨਜ਼ਰੀਏ ਤੋਂ ਦੇਖੋ ਤੇ ਸ਼ਾਇਦ ਲੱਗਦਾ ਹੈ ਕਿ ਕਿਸਾਨੀ ਮੁੱਦੇ ਤੇ ਸਾਰੀ ਪੋਲੀਟੀਕਲ ਪਾਰਟੀਆਂ ਭਾਜਪਾ ਛੱਡ ਕੇ ਉਹ ਇਸ ਹੋੜ ਦੇ ਵਿੱਚ ਲੱਗੀ ਹੈ ਕਿ ਅਸੀਂ ਸਭ ਤੋਂ ਵੱਡੇ ਸਮਰਥਕ ਹਾਂ ਇਸ ਕਿਸਾਨੀ ਅੰਦੋਲਨ ਦੀ। ਜਾਂ ਸੜਕਾਂ ਦੇ ਵਿੱਚ ਵੀ ਉਤਰੇ ਆ ਤੇ ਉਹਨਾਂ ਦਾ ਪਾਰਲੀਮੈਂਟ ਦੇ ਵਿੱਚ ਵੀ ਸਾਥ ਦਿੱਤਾ ਹੈ ਤੇ ਗੇਟ ਤੇ ਖੜੇ ਹੋ ਕੇ ਲੋਕਾਂ ਨੂੰ ਕਿਸਾਨੀ ਅੰਦੋਲਨ ਦੇ ਬਾਰੇ 'ਚ ਜਾਗਰੂਕ ਵੀ ਕੀਤਾ ਹੈ। ਪਰ ਇਸ ਹੋੜ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਟੇਬਲ ਤੇ ਚੜ ਜਾਣਾ, ਰੂਲ 267 ਦਾ ਗੱਲ ਕਰਨਾ ਔਰ ਉਹ ਫਾਈਲ ਵਗਾ ਕੇ ਸੁੱਟਣਾ ਵਾਈਸ ਚੇਅਰਮੈਨ ਦੀ ਕੁਰਸੀ ਦੇ ਉੱਤੇ, ਆਪਣੇ ਆਪ ਵਿੱਚ ਇਸ ਤਰ੍ਹਾਂ ਦੇ ਐਕਟ ਦੇ ਉੱਤੇ ਇਮੀਡੀਏਟ ਐਕਸ਼ਨ ਹੁੰਦਾ ਹੈ ਔਰ ਉਸ ਮੈਂਬਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਹਜੇ ਤੱਕ ਸਸਪੈਂਸ਼ਨ ਦਾ ਆਰਡਰ ਲੱਗਦਾ ਤੇ ਨਹੀਂ ਕਿ ਆਇਆ ਹੈ, ਪਰ ਛੇਤੀ ਆ ਜਾਏਗਾ। ਪਰ ਅੱਜ ਜੋ ਹੀਰੋਪੰਤੀ ਮੈਂ ਇਸ ਕਰਕੇ ਕਹਿ ਰਿਹਾ ਕਿ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੇ ਐਕਸ਼ਨ ਤੋਂ ਬਾਅਦ ਤੁਸੀਂ ਨਾ ਕੇਵਲ ਖਬਰਾਂ ਦੀ ਸੁਰਖੀਆਂ ਬਣਦੇ ਹੋ, ਆਮ ਲੋਕਾਂ ਦੇ ਵਿੱਚ ਵੀ ਤੁਹਾਡੀ ਛਵੀ ਇੱਕ ਜੁਝਾਰੂ ਲੀਡਰ ਦੇ ਰੂਪ ਨਾਲ ਉੱਭਰਦੀ ਹੈ। ਤੇ ਅੱਜ ਪ੍ਰਤਾਪ ਸਿੰਘ ਬਾਜਵਾ, ਜਿਹੜੀ ਪੰਜਾਬ ਦੇ ਵਿੱਚ ਸਿੱਧੂ ਬਨਾਮ ਕੈਪਟਨ ਵਿਵਾਦ ਹੋਇਆ ਸੀ, ਉਹਦੇ ਵਿੱਚ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਸ਼ਾਇਦ ਉੱਥੇ ਤੇ ਨਹੀਂ ਲੱਭਿਆ, ਪਰ ਅੱਜ ਟੇਬਲ ਤੇ ਚੜ ਕੇ ਉਹਨਾਂ ਨੇ ਜ਼ਰੂਰ ਕੁਝ ਨਵਾਂ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਔਰ ਉਹ ਨਵਾਂ ਕੀ ਹੋ ਸਕਦਾ ਹੈ, ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਇਹ ਵੀ ਸਪਸ਼ਟ ਹੋ ਜਾਏਗਾ ਕਿ ਉਹ ਕਿਹੜੀ ਪੋਲੀਟੀਕਲ ਪਾਰਟੀ ਦੇ ਵਿੱਚ ਵਜੋਂ ਸੀਐਮ ਚਿਹਰਾ, ਜਾਂ ਕਾਂਗਰਸ ਦੇ ਵਿੱਚ, ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ, ਜਾਂ ਫਿਰ ਭਾਜਪਾ। ਫਿਰ ਭਾਜਪਾ ਤੇ ਇਸ ਕਰਕੇ ਨਹੀਂ ਕਹਿ ਸਕਦੇ ਕਿਉਂਕਿ ਥੋੜੀ ਦੇਰ ਪਹਿਲੇ ਤੁਸੀਂ ਖੁਦ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਮੀਟਿੰਗ ਜਿਹੜੀ ਅਮਿਤ ਸ਼ਾਹ ਦੇ ਨਾਲ ਹੈਗੀ ਹੈ, ਜੇ ਕਿਸਾਨੀ ਅੰਦੋਲਨ ਦੇ ਹੱਲ ਦਾ ਸਿਹਰਾ ਕਿਸੇ ਵੀ ਪੰਜਾਬ ਦੇ ਆਗੂ ਦੇ ਸਿਰ ਤੇ ਬੰਨ੍ਹਣਾ ਹੈ ਔਰ ਬਾਅਦ ਚੋਂ ਉਹਨੂੰ ਸੀਐਮ ਵਜੋਂ ਪ੍ਰੋਜੈਕਟ ਕਰਨਾ ਹੈ, ਤੇ ਆਪਣੇ ਆਪ ਵਿੱਚ ਭਾਜਪਾ ਆਪਣੇ ਲੀਡਰ ਨੂੰ ਤਾਂ ਨਹੀਂ ਪ੍ਰੋਜੈਕਟ ਕਰ ਸਕਦੀ, ਪਰ ਦੂਜੇ ਲੀਡਰ ਨੂੰ ਇਸ ਵਜੋਂ ਪ੍ਰੋਜੈਕਟ ਕਰ ਸਕਦੀ ਹੈ। ਉਸ ਸ਼ੀਸ਼ੇ ਦੇ ਵਿੱਚ ਵੀ ਪ੍ਰਤਾਪ ਸਿੰਘ ਬਾਜਵਾ ਹੋਣਾ ਫਿੱਟ ਹੋ ਸਕਦੇ ਨੇ। ਇਹ ਕਹਿਣਾ ਹਜੇ ਜਲਦੀ ਹੋਏਗੀ ਕਿ ਪ੍ਰਤਾਪ ਸਿੰਘ ਦੀ ਬਾਜਵਾ ਦੀ ਹਿਡਨ ਰਾਜਨੀਤੀ ਕੀ ਹੈ, ਪਰ ਕੁਝ ਨਾ ਕੁਝ ਲੱਗਦਾ ਹੈ ਕਿ ਦਾਲ ਤੇ ਕਿਸੇ ਜਗ੍ਹਾ ਪੱਕ ਰਹੀ ਹੈ। ਬਿਲਕੁਲ ਭਾਸਕਰ ਸਾਹਿਬ, ਪ੍ਰਤਾਪ ਸਿੰਘ ਬਾਜਵਾ ਨੂੰ ਜਿੰਨਾ ਕੁ ਅਸੀਂ ਜਾਣਦੇ ਹਾਂ, ਪੰਜਾਬ ਦੀ ਰਾਜਨੀਤੀ ਦੇ ਵਿੱਚ 5-4 ਧਾਕੜ ਚਿਹਰੇ ਨੇ ਜਿਨ੍ਹਾਂ ਕੋਲ ਲਫ਼ਜ਼ਾਂ ਦੀ ਔਰ ਲਫ਼ਜ਼ਾਂ ਦੀ ਅਦਾਇਗੀ ਦੀ ਜਿਹੜੀ ਇੱਕ ਕਲਾ ਹੈ, ਉਹ ਬਹੁਤ ਘੱਟ ਲੋਕਾਂ, ਜਿਹੜੇ ਭਾਸ਼ਾ ਸਖਤ ਵੀ ਵਰਤ ਲੈਂਦੇ ਆ, ਔਖੇ ਵੀ ਉਹ ਲੈਂਦੇ ਆ, ਜਿਹੜੇ ਵੇਰ ਵੀ ਜਾਂਦੇ ਆ ਤੇ ਨਿੰਮ ਵੀ ਜਾਂਦੇ ਆ। ਸਿਆਸਤ ਦੇ ਵਿੱਚ ਲਚਕਦਾਰ ਹੋਣਾ ਤੇ ਬੜਕ ਮਾਰਨੀ 2 ਗੁਣ ਨੇ। ਇਹ ਜਿੰਨੇ ਕੁ ਲੀਡਰ ਪ੍ਰਵਾਨ ਚੜੇ ਆ, ਉਹਨਾਂ 'ਚ ਪ੍ਰਤਾਪ ਸਿੰਘ ਬਾਜਵਾ ਅਜੇ ਕਾਫੀ ਪਿੱਛੇ ਆ। ਹਾਲਾਂਕਿ ਆ ਜਿਹੜੀ ਹੁਣ ਸਥਿਤੀ ਬਣੀ ਆ, ਜੇ ਇਤਿਹਾਸਕ ਨਜ਼ਰੀਏ ਤੋਂ ਦੇਖੀਏ ਤੇ ਮੇਰੇ ਖਿਆਲ ਪਾਰਲੀਮੈਂਟ ਦੇ ਵਿੱਚ, ਖਾਸ ਤੌਰ ਤੇ ਰਾਜ ਸਭਾ ਦੇ ਵਿੱਚ ਐਸੇ ਬਹੁਤ ਘੱਟ ਇਨਸੀਡੈਂਟ ਹੋਣਗੇ, ਇਸ ਤਰ੍ਹਾਂ ਦੇ ਘਟਨਾਕ੍ਰਮ ਬਹੁਤ ਘੱਟ ਦੇਖੇ ਗਏ ਹੋਣਗੇ ਜਦੋਂ ਇਸ ਤਰ੍ਹਾਂ ਉੱਪਰ ਚੜ ਕੇ ਕੁਝ ਸੁੱਟਿਆ ਗਿਆ ਹੋਵੇ। ਲੇਕਿਨ ਇਤਿਹਾਸਕ ਘਟਨਾਕ੍ਰਮ ਹੈ, ਕਿਸਾਨੀ ਨੂੰ ਸ਼ਾਇਦ ਰਾਹਤ ਮਿਲੇ ਕਿ ਸਾਡੇ ਲਈ ਕੋਈ ਖਲੋਤਾ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਅੰਦਾਜ਼ਾ ਹੋਊਗਾ ਕਿ ਮੈਨੂੰ ਸਜ਼ਾ ਦਿੱਤੀ ਜਾਊਗੀ, ਮੈਨੂੰ ਸਸਪੈਂਡ ਕੀਤਾ ਜਾਊਗਾ, ਹੋ ਸਕਦਾ ਕੋਈ ਇਸ ਤੋਂ ਅੱਗੇ ਵੱਧ ਕੇ ਵੀ ਸਜ਼ਾ ਮਿਲ ਜਾਏ, ਲੇਕਿਨ
ਸਵਾਲ ਇਹ ਹੈ ਕਿ ਜਦੋਂ ਤੁਸੀਂ ਗਿਣਤੀਆਂ ਮਿਣਤੀਆਂ ਤੋਂ ਪਰੇ ਜਜ਼ਬਾਤ ਵਿੱਚ ਇਹ ਕਰ ਰਹੇ ਹੁੰਦੇ ਹੋ, ਇੱਕ ਉਹ ਵੀ ਮਰਲਾ ਹੁੰਦਾ। ਇੱਕ ਤਾਂ ਸਾਡੀ ਕੈਲਕੂਲੇਸ਼ਨ ਹੈ ਕਿ ਹੋ ਸਕਦਾ ਉਹਨਾਂ ਦੇ ਰੇਂਜ ਹੋਵੇ ਕਿ ਮੈਂ ਇਸ ਐਕਟ ਨਾਲ ਹੀਰੋ ਬਣੂੰਗਾ, ਹੋ ਸਕਦਾ ਕਿ ਖਿਝ ਹੀ ਇੰਨੀ ਆਈ ਹੋਵੇ ਕਿ ਯਾਰ ਉਹ ਸਾਨੂੰ ਕੋਈ ਸੁਣਦਾ ਹੀ ਨਹੀਂ, ਅਸੀਂ ਬਾਰ-ਬਾਰ ਕਹੀ ਜਾਂਦੇ ਹਾਂ ਸੁਣਦਾ ਨਹੀਂ, ਚਲੋ ਵੇਖਦੇ ਹਾਂ, ਜੋਸ਼ ਖਾ ਗਿਆ ਬੰਦਾ। ਤੀਜੀ ਗੱਲ ਇਹ ਆ ਕਿ ਕਿੱਧਰੇ ਆਪਣੀ ਕਮਿਊਨਿਟੀ ਦਾ ਦਰਦ, ਕਿਸਾਨੀ ਚੋਂ ਹੀ ਆਉਂਦੇ ਆ ਸਾਰੇ, ਕਿਸਾਨੀ ਚੋਂ ਆਉਂਦੇ ਆ, ਦਰਦ ਉਹ ਵੀ ਹੋਵੇ। ਲੇਕਿਨ ਇਹਦੇ ਨਾਲ ਪ੍ਰਤਾਪ ਸਿੰਘ ਬਾਜਵਾ 4 ਕਦਮ ਦੂਜਿਆਂ ਨਾਲੋਂ ਅੱਗੇ ਨਿਕਲ ਗਏ। ਪੰਜਾਬ ਦੀ ਜਿਹੜੀ ਧਰਾਤਲ ਆ, ਲੜਾਕੂ, ਜੁਝਾਰੂ, ਲੜਨ ਭਿੜਨ ਵਾਲੀ, ਉਹਦੇ ਵਿੱਚ ਤੇ ਅਗਲੇ ਦਿਨਾਂ 'ਚ ਇਹਦਾ ਫਾਇਦਾ ਮਿਲ ਸਕਦਾ ਜੇ ਉਹ ਇਹਨੂੰ ਅੱਗੇ ਜਾ ਕੇ ਕੈਲਕੂਲੇਸ਼ਨਸ ਦੇ ਵਿੱਚ ਭਨਾਉਣ ਦੀ ਕੋਸ਼ਿਸ਼ ਕਰਨਗੇ। ਭਨਾਉਣ ਦੀ, ਜੇਕਰ ਸਿਆਸਤ ਦੇ ਵਿੱਚ ਇਹਦਾ ਮੁੱਲ ਵੱਟਣ ਦੀ ਕੋਸ਼ਿਸ਼ ਕਰਨਗੇ ਤਾਂ ਦੋ ਪਾਰਟੀਆਂ, ਨੰਬਰ 1 ਤੇ ਆਮ ਆਦਮੀ ਪਾਰਟੀ, ਨੰਬਰ 2 ਤੇ ਭਾਜਪਾ, ਤੇ ਫਿਰ ਕੋਈ ਚੌਥਾ ਮੰਚ ਵੀ ਹੋ ਸਕਦਾ। ਲੇਕਿਨ ਚੌਥੇ ਮੰਚ ਦੀ ਗੁੰਜਾਇਸ਼ ਬੜੀ ਘਟ ਗਈ ਆ, ਦਿਨ ਥੋੜੇ ਰਹਿ ਗਏ। ਖੈਰ, ਮੈਂ ਇਸ ਤੋਂ ਅੱਗੇ ਜਾਊਂਗਾ। ਆਖਰੀ ਸਵਾਲ ਇਸ ਮਰਲੇ ਦਾ, ਸਿਆਸਤ ਦੇ ਮਰਲੇ ਦਾ, ਕਿਸਾਨੀ ਤੇ ਗੱਲ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਜਦੋਂ ਸੋਨੀਆ ਗਾਂਧੀ ਨੂੰ ਮਿਲ ਰਹੇ ਹੋਣਗੇ ਤਾਂ ਕੈਬਨਿਟ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਕਿੰਨੇ ਕੁ ਪ੍ਰਤੀਸ਼ਤ ਤੁਹਾਨੂੰ ਲੱਗਦਾ ਸੰਭਾਵਨਾ ਹੈ ਇਸ ਫੇਰ ਬਦਲ ਤੇ ਗੱਲ ਹੋਣ ਦੀ? ਕਿੰਨੇ ਮੰਤਰੀਆਂ ਨੂੰ ਬਦਲੇ ਜਾਣ ਦੀ ਗੱਲ ਹੋ ਸਕਦੀ ਹੈ? ਕਿੰਨਾ ਕੁ ਜਿਹੜਾ ਇਹ ਰੱਦੋ ਬਦਲ ਕੈਪਟਨ ਚਾਹੁੰਦੇ ਨੇ ਜਾਂ ਹਾਈ ਕਮਾਂਡ ਚਾਹੁੰਦੀ ਹੋਊਗੀ? ਅਗਲੇ ਦਿਨਾਂ 'ਚ ਪੰਜਾਬ ਸਰਕਾਰ ਦਾ ਮੁਹਾਂਦਰਾ ਬਦਲੂ ਕਿ ਨਹੀਂ ਬਦਲੂਗਾ, ਮੇਰਾ ਇਹ ਸਵਾਲ ਹੈ। ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਗੱਲ ਰੀਸ਼ਫਲ ਦੀ ਕਰਨਗੇ। ਭਾਵੇਂ ਕਈ ਅਖਬਾਰਾਂ ਦੇ ਵਿੱਚ ਇਹ ਖਬਰਾਂ ਲੱਗੀਆਂ ਕਿ ਉਹ ਮੰਤਰੀ ਜੋ ਪਿਛਲੇ ਦਿਨੋਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਗੀ ਹੋ ਗਏ ਸੀਗੇ, ਉਹਨਾਂ ਦੀ ਕੁਰਸੀ ਖਤਰੇ 'ਚ ਹੈ। ਕੋਈ ਵੀ ਸਮਝਦਾਰ ਸਿਆਸਤਦਾਨ ਕਦੀ ਵੀ ਖੁੱਲ੍ਹ ਕੇ ਪੰਗਾ ਨਹੀਂ ਲੈਂਦਾ, ਉਹ ਵੀ ਤਦ ਜਦ ਉਹਦੀ ਆਪਣੀ ਕੁਰਸੀ ਬਹੁਤ ਜ਼ਿਆਦਾ ਸੇਫ ਨਾ ਹੋਏ, ਹਾਈਕਮਾਨ ਉਹਦੀ ਮਰਜ਼ੀ ਦੇ ਖਿਲਾਫ ਕਈ ਫੈਸਲੇ ਉਹਨਾਂ ਦੇ ਉੱਤੇ ਥੋਪ ਦੇਣ। ਇੱਦਾਂ ਦੇ ਹਾਲਾਤ ਵਿੱਚ ਹੋਰ ਮੋਰਚੇ ਖੋਲ੍ਹਣਾ ਕਿਸੇ ਵੀ ਸਿਆਸਤਦਾਨ ਵਾਸਤੇ ਥੋੜ੍ਹਾ ਜਿਹਾ ਔਖਾ ਹੁੰਦਾ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਭਾਵੇਂ ਦੇਖਣ ਨੂੰ ਇਹ ਲੱਗਦਾ ਵੀ ਕੈਪਟਨ ਸਾਹਿਬ ਜਦ ਆਪਣੀ ਕੈਬਨਿਟ ਦੇ ਵਿੱਚ ਫੇਰ ਬਦਲ ਕਰਨਗੇ ਤੇ ਸੁਖਜਿੰਦਰ ਸਿੰਘ ਰੰਧਾਵਾ, ਚੰਨੀ ਹੋਣਾ, ਸੁਖ ਸਰਕਾਰੀਆ, ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੇ ਟਾਰਗੇਟ ਤੇ ਪੱਕਾ ਹੋਣਗੇ। ਹੁਣ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਨੇ ਨੁੱਕੜ ਲਾਤਾ ਜਦ ਉਹਨਾਂ ਨੇ ਅਸਵਨੀ ਸੇਕੜੀ ਉਹਨਾਂ ਨੂੰ ਉੱਥੇ ਪ੍ਰਮੋਟ ਕਰਕੇ ਉਹਨਾਂ ਦੀ ਪ੍ਰਸ਼ਾਸਨ ਦੇ ਵਿੱਚ ਇੱਕ ਸੇਹ ਪੈਦਾ ਕਰਕੇ ਹੁਣ ਜਿਹੜੀ ਬਟਾਲਾ ਤੇ ਨਜ਼ਰ ਸੀਗੀ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੀ, ਉਹਦੇ ਉੱਤੇ ਕਿਸੇ ਨਾ ਕਿਸੇ ਜਗ੍ਹਾ ਖਤਰਾ ਬਣ ਗਿਆ। ਹੁਣ ਗੱਲ ਰਹੀ ਸੁਖਜਿੰਦਰ ਰੰਧਾਵਾ ਉਹਨਾਂ ਦੀ, ਤੇ ਸੁਖਜਿੰਦਰ ਰੰਧਾਵਾ ਉਹਨਾਂ ਦਾ ਕੱਦ ਕਾਠ ਇੰਨਾ ਨਹੀਂ ਰਿਹਾ ਹੁਣ ਕਿ ਵੀ ਉਹਨਾਂ ਦੇ ਨਾਲ ਖੁੱਲ੍ਹ ਕੇ ਪੰਗੇ ਕੈਪਟਨ ਸਾਹਿਬ ਲੈ ਸਕਦੇ। ਚੰਨੀ ਉਹਨਾਂ ਦੇ ਨਾਲ ਉਹਨਾਂ ਨੇ ਪੰਗੇ ਕਈ ਲਿੱਤੇ, ਉਹ ਤੁਹਾਨੂੰ ਪਤਾ ਹੋਏਗਾ। ਮਨੀਸ਼ਾ ਗੁਲਾਟੀ ਉਹਨਾਂ ਨੇ ਮਟਕਾ ਚੌਂਕ ਤੇ ਧਰਨਾ ਦੇਣ ਦੀ ਵੀ ਗੱਲ ਕੀਤੀ ਸੀ, ਪਰ ਉਹ ਧਰਨੇ ਤੁਰਨੇ ਸਾਰੀ ਜਗ੍ਹਾ ਖਤਮ ਹੋ ਗਏ। ਯਾਨੀ ਉਹ ਪਿੱਛੇ ਹਟਣਾ ਪਿਆ ਕੈਪਟਨ ਅਮਰਿੰਦਰ ਸਿੰਘ ਕੈਂਪ ਨੂੰ ਕਿਸੇ ਵੀ ਤਰੀਕੇ ਦੇ ਹੋਰ ਕਨਫਲਿਕਟ ਪੈਦਾ ਕਰਨ ਤੋਂ। ਅੱਗੇ ਹੀ ਕਨਫਲਿਕਟ ਪੈਦਾ ਹੋਇਆ। ਸਿੱਧੂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੈਂਬਲੀ ਸੈਸ਼ਨ ਦੇ ਵਿੱਚ ਬੰਦ ਲਿਫਾਫਿਆਂ ਨੂੰ ਖੋਲ੍ਹਣ ਵਾਸਤੇ ਅਸੀਂ ਰੈਜ਼ੋਲੂਸ਼ਨ ਲਿਆਵਾਂਗੇ। ਇੱਦਾਂ ਦੇ ਵਿੱਚ ਕੋਈ ਹੋਰ ਮਸਲਾ ਪੈਦਾ ਕਰਕੇ ਕੈਬਨਿਟ ਰੀਸ਼ਫਲ ਦੇ ਵਿੱਚ ਕੁਝ ਇੱਦਾਂ ਦੇ ਫੈਸਲੇ ਲੈ ਕੇ ਕੈਪਟਨ ਸਾਹਿਬ ਆਪਣੀ ਮੁਸੀਬਤਾਂ ਹੋਰ ਵਧਾਉਣਾ ਨਹੀਂ ਚਾਹਣਗੇ, ਕਿਉਂਕਿ 6 ਕੁ ਮਹੀਨੇ ਹੈਗੇ ਹੈ, ਸੌਖੇ ਨਿਕਲ ਜਾਣ ਤੇ ਕੈਪਟਨ ਸਾਹਿਬ ਵਾਸਤੇ ਵੀ ਵਧੀਆ ਹੈਗਾ। ਪਰ ਚਲੋ ਹੁਣ ਦੇਖਦੇ ਹਾਂ ਕਿ ਸੋਨੀਆ ਗਾਂਧੀ ਦੇ ਨਾਲ ਕੀ ਵਾਕਈ ਕੈਬਨਿਟ ਰੀਸ਼ਫਲ ਦੇ ਬਾਰੇ 'ਚ ਗੱਲਬਾਤ ਹੁੰਦੀ ਹੈ ਜਾਂ ਫਿਰ ਸਿੱਧੂ ਉਹਨਾਂ ਦੇ ਆਪਣੀ ਹੀ ਸਰਕਾਰ ਨੂੰ ਘੇਰਨ ਦੇ ਮੁੱਦੇ ਤੇ ਕੈਪਟਨ ਸਾਹਿਬ ਕੋਈ ਗੱਲ ਸੋਨੀਆ ਗਾਂਧੀ ਨਾਲ ਕਰਦੇ ਨੇ, ਜਾਂ ਆਪਣੇ ਪੋਲੀਟੀਕਲ ਪਾਰਟੀ ਯਾਨੀ ਕਾਂਗਰਸ ਦੇ ਵਿੱਚ ਆਪਣੇ ਫਿਊਚਰ ਨੂੰ ਲੈ ਕੇ ਉਹ ਕੀ ਗੱਲ ਕਰਦੇ ਨੇ। ਇਹ ਗੱਲਾਂ ਤੇ ਤਦ ਪਤਾ ਲੱਗੇ ਕਿ ਜਦ ਕੈਪਟਨ ਸਾਹਿਬ ਬਾਹਰ ਨਿਕਲਣਗੇ। ਫਿਲਹਾਲ ਕਿਹਾ ਜਾਂਦਾ ਹੈ ਕਿ ਉਹ ਮੀਟਿੰਗ ਵਾਸਤੇ ਪਹੁੰਚ ਚੁੱਕੇ ਨੇ ਔਰ ਉਹ ਮੀਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਬਾਹਰ ਨਿਕਲਣ ਤੋਂ ਬਾਅਦ ਜਿੱਦਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਉਹ ਬਾਡੀ ਲੈਂਗੁਏਜ ਕੈਪਟਨ ਸਾਹਿਬ ਦੀ, ਕਿਉਂਕਿ ਕੈਪਟਨ ਸਾਹਿਬ ਦੀ ਬਾਡੀ ਲੈਂਗੁਏਜ ਤੋਂ ਬਹੁਤ ਕੁਝ ਪਤਾ ਲੱਗ ਜਾਂਦਾ ਹੈ। ਤੁਹਾਨੂੰ ਯਾਦ ਹੋਏਗਾ ਹਰੀਸ਼ ਰਾਵਤ ਦੇ ਨਾਲ ਜਦ ਉਹਨਾਂ ਦੀ ਫੋਟੋ ਰਿਲੀਜ਼ ਹੋਈ ਸੀ ਤੇ ਉਸ ਬਾਡੀ ਲੈਂਗੁਏਜ ਤੋਂ ਪਤਾ ਲੱਗ ਗਿਆ ਸੀਗਾ ਕਿ ਕੈਪਟਨ ਸਾਹਿਬ ਔਰ ਹਰੀਸ਼ ਰਾਵਤ ਦੀ ਮੀਟਿੰਗ ਉਸ ਸਿਸਵਾ ਫਾਰਮ ਦੇ ਵਿੱਚ ਕਿੱਦਾਂ ਦੀ ਰਹੀ। ਔਰ ਕੁਝ ਬਹੁਤਾ ਕਹਿਣ ਦੀ ਲੋੜ ਨਹੀਂ ਸੀ। ਕੈਪਟਨ ਸਾਹਿਬ ਬੜੇ ਟੁੱਟੇ ਜਿਹੇ ਨਜ਼ਰ ਆਉਂਦੇ ਸੀਗੇ ਔਰ ਉਹ ਟੁੱਟਾਪਨ ਬਾਅਦ 'ਚ ਹੋਰ ਜ਼ਿਆਦਾ ਗਹਿਰਾ ਹੋਇਆ ਜਦ ਉਹਨਾਂ ਦੀ ਮਰਜ਼ੀ ਤੋਂ ਬਗੈਰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਪ੍ਰਧਾਨ ਥੋਪ ਦਿੱਤਾ ਗਿਆ। ਅੱਜ ਕੀ ਫੈਸਲਾ ਹੁੰਦਾ ਹੈ, ਇਹ ਇੰਪੋਰਟੈਂਟ ਤੇ ਬਹੁਤ ਹੈ ਮੀਟਿੰਗ, ਪਰ ਉਹ ਇੰਪੋਰਟੈਂਸ ਕਿੰਨੀ ਕੁ ਕੈਪਟਨ ਸਾਹਿਬ ਨੂੰ ਅੱਗੇ ਲੈ ਕੇ ਜਾਂਦੀ ਹੈ, ਕਿੰਨੀ ਕੁ ਕੈਪਟਨ ਸਾਹਿਬ ਦੇ ਸਿਆਸੀ ਕਦ ਨੂੰ ਪਿੱਛੇ ਲੈ ਕੇ ਜਾਂਦੀ ਹੈ, ਇਹਦਾ ਵੀ ਫੈਸਲਾ ਇਸ ਮੀਟਿੰਗ ਦੇ ਰਾਹੀਂ ਹੋ ਸਕਦਾ ਹੈ। ਭਾਸਕਰ ਸਾਹਿਬ, ਸਿਖਰਲੇ ਸਿਆਸੀ ਸਮੀਖਿਅਕ ਇਹ ਕਹਿੰਦੇ ਨੇ ਕਿ ਜੇਕਰ ਰੱਦੋ ਬਦਲ ਕਰਨਾ ਹੈ
ਤਾਂ ਸਾਰੇ ਮੰਤਰੀਆਂ ਦੇ ਅਸਤੀਫੇ ਲੈ ਕੇ ਤੇ ਪੂਰੀ ਵਜ਼ਾਰਤ ਨੂੰ ਨਵੇਂ ਸਿਰਿਓਂ ਬਣਾਇਆ ਜਾਵੇ, ਭਾਵੇਂ ਪੁਰਾਣੇ ਮੰਤਰੀ ਫਿਰ ਤੋਂ ਲੈ ਲਏ ਜਾਣ। ਦੂਜਾ ਪਹਿਲੂ ਇਹ ਆ ਕਿ ਵਿਰੋਧੀ ਦਲ ਦੇ ਜਿਹੜੇ ਆ, ਖਾਸ ਤੌਰ ਤੇ ਮੈਂ ਦਲ ਨਹੀਂ ਕਹੂੰਗਾ, ਵਿਰੋਧੀ ਧੜੇ ਦੇ ਵਜ਼ੀਰ ਜਿਹੜੇ ਆ ਉਹਨਾਂ ਨੂੰ ਹਟਾਉਣਾ ਉਹਨਾਂ ਸੌਖਾ ਨਹੀਂ ਹੋਊਗਾ, ਕਿਉਂਕਿ ਜਿਹੜਾ ਵੀ ਹਟਾਇਆ ਗਿਆ ਉਹ ਪੱਕਾ ਸਿੱਧੂ ਖੇਮੇ 'ਚ ਅੱਗੇ ਨਾਲੋਂ ਵੀ ਮਜ਼ਬੂਤੀ ਨਾਲ ਜੁੜੂਗਾ ਤੇ ਉਹਦੇ ਪਿੱਛੇ ਸਿੱਧੂ ਜਾ ਕੇ ਸ਼ਾਮ ਨੂੰ ਹੀ ਖਲੋ ਜਾਣਗੇ ਕਿ ਕੋਈ ਮਸਲਾ ਨਹੀਂ, ਆਓ ਤੁਸੀਂ, ਤੁਹਾਨੂੰ ਮੈਂ ਆਪਣੇ ਤੋਂ ਨੈਕਸਟ ਜਿਹੜਾ ਮੀਤ ਪ੍ਰਧਾਨ ਬਣਾਉਣਾ ਹੈ ਤਾਂ ਤੁਹਾਨੂੰ ਜ਼ਿੰਮੇਵਾਰੀ ਇੱਕ ਏਰੀਏ ਦੀ ਦੇਣਾ। ਇਹ ਵੀ ਇੱਕ ਵੱਡਾ ਸਵਾਲ ਆ ਰਿਹਾ ਕਿ ਜਿਹੜੇ ਵਿਅਕਤੀ, ਖਾਸ ਤੌਰ ਤੇ ਜਿਵੇਂ ਇੱਕ ਪਛੜੇ ਵਰਗਾਂ ਦੇ ਵਿੱਚੋਂ ਰਾਜਕੁਮਾਰ, ਦਲਿਤਾਂ ਚੋਂ ਰਾਜਕੁਮਾਰ ਵੇਰਕਾ ਦੀ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ, ਇੱਕ ਅੱਧ ਹਿੰਦੂ ਚਿਹਰਾ ਬਦਲ ਕੇ ਉਹਦੀ ਜਗ੍ਹਾ ਇੱਕ ਹਿੰਦੂ ਚਿਹਰਾ ਲਿਆਂਦਾ ਜਾਵੇ, ਔਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਜਿੱਥੇ ਜਿੱਥੇ ਵੀ ਕਿਧਰੇ ਇਲਜ਼ਾਮ ਨੇ ਛੋਟੇ ਮੋਟੇ, ਦੋ ਆਪਣੇ ਕੈਂਪ ਤੇ ਬਦਲੇ ਜਾਣ, ਇੱਕ ਉਹਨਾਂ ਦੇ ਕੈਂਪ ਦਾ ਵੀ ਬਦਲ ਲਿਆ ਜਾਵੇ ਜਿਹੜਾ ਜ਼ਿਆਦਾ ਬੜਕ ਮਾਰਦਾ ਹੈ। ਸੋ ਇਹ ਵੀ ਇੱਕ ਫਾਰਮੂਲਾ ਹੈ ਕਿ ਦੋ ਮੇਰੇ ਬਦਲ ਦਿਓ, ਇੱਕ ਆ ਵੀ ਬਦਲ ਦਿਓ, ਠੀਕ ਹੈ ਜੀ। ਸੋ ਸਭ ਤੋਂ ਵੱਡਾ ਸਵਾਲ ਸੀ ਕਿ ਜੇਕਰ ਹਾਈ ਕਮਾਂਡ ਟੋਟਲੀ ਇਹ ਜਿਹੜਾ ਰੀਸ਼ਫਲ ਇਹਨੂੰ ਹੱਥ 'ਚ ਲੈ ਲੇ ਤੇ ਟੋਟਲ ਅਸਤੀਫੇ ਲੈ ਕੇ ਤੇ ਨਵੀਂ ਲਿਸਟ ਫੜਾਤੀ ਜਾਵੇ ਕਿ ਕੈਪਟਨ ਸਾਹਿਬ ਇਹਨਾਂ ਨੂੰ ਸਹੁੰ ਚੁਕਵਾ ਦਿਓ, ਗਵਰਨਰ ਤੋਂ ਟਾਈਮ ਲੈ ਲਓ, ਇਹ ਵੀ ਹੋ ਸਕਦਾ। ਲੇਕਿਨ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਹੀ ਐਸਾ ਚਾਹਣਗੇ, ਉਹ ਰਿਕਮੈਂਡ ਨਹੀਂ ਕਰਨਗੇ ਕਿ ਤੁਸੀਂ ਸਾਰਾ ਹੀ ਬਦਲੋ, ਉਹ ਕੋਸ਼ਿਸ਼ ਕਰਨਗੇ ਕਿ ਜਿਸ ਤਰੀਕੇ ਨਾਲ ਚੱਲ ਰਿਹਾ ਇਹਦੇ 'ਚ ਬਹੁ ਗਿਣਤੀ ਕੈਬਨਿਟ ਦੇ ਸਾਥੀ ਮੇਰੇ ਨਾਲ ਆ। ਖੈਰ ਇਹ ਥੋੜੀ ਦੇਰ 'ਚ ਕਲੀਅਰ ਹੋ ਜਾਊਗਾ, ਤੁਹਾਡੀ ਗੱਲ ਠੀਕ ਹੈ ਕਿ ਕੈਪਟਨ ਸਾਹਿਬ ਜਦੋਂ ਬਾਹਰ ਨਿਕਲਦੇ ਆ ਤੇ ਉਹ ਕੀ ਕਹਿੰਦੇ ਆ ਸਰੀਰਕ ਭਾਸ਼ਾ ਤੋਂ। ਆ ਜਿਹੜੀ ਮੇਰੀ ਗੱਲ ਆ ਕਿ ਜਾਂ ਤਾਂ ਸਾਰੀ ਵਜ਼ਾਰਤ ਦੇ ਅਸਤੀਫੇ ਲੈ ਲਓ ਤੇ ਜਾਂ ਫਿਰ ਦੋ ਮੇਰੇ ਬਦਲ ਦੋ, ਇੱਕ ਇਹਨਾਂ ਦਾ ਬਦਲ ਦੋ, ਮੇਰੇ 4 ਬਦਲ ਦੋ, ਇਹਨਾਂ ਦੇ 2 ਬਦਲ ਦੋ, ਇੰਜ ਵੀ ਹੋ ਸਕਦਾ। ਸਭ ਤੋਂ ਵੱਡੀ ਗੱਲ ਹੈ ਰੰਧਾਵਾ ਜੀ, ਜੋ ਵੀ ਕੋਈ ਨਵਾਂ ਮੰਤਰੀ ਬਣੇਗਾ, ਤੁਸੀਂ ਇਹ ਦੇਖੋ ਕਿ 4.5 ਸਾਲ ਕੈਪਟਨ ਸਰਕਾਰ ਨੇ ਜੋ ਕੁਝ ਕੀਤਾ ਜਾਂ ਜੋ ਕੁਝ ਨਹੀਂ ਕੀਤਾ, ਉਹਦਾ ਕ੍ਰੈਡਿਟ ਔਰ ਡਿਸਕ੍ਰੈਡਿਟ ਉਹ ਕੈਪਟਨ ਸਰਕਾਰ ਨੂੰ ਜਾਂਦਾ ਹੈ। ਜੇ ਕਿਸੇ ਨਵੇਂ ਮੰਤਰੀ ਨੂੰ ਅੱਜ ਲਾ ਦਿੱਤਾ ਜਾਏ, ਚਲੋ ਆਪਾਂ ਨਾਂ ਲੈਂਦੇ ਪ੍ਰਗਟ ਸਿੰਘ ਦਾ, ਜੇ ਪ੍ਰਗਟ ਸਿੰਘ ਨੂੰ ਅੱਜ ਖੇਡ ਮੰਤਰੀ ਲਾ ਵੀ ਦਿੱਤਾ ਜਾਂਦਾ ਹੈ ਤੇ ਅਗਲੇ 4-6 ਮਹੀਨਿਆਂ ਦੇ ਵਿੱਚ ਉਹ ਖੇਡਾਂ ਵਾਸਤੇ ਕਿੰਨਾ ਕੁ ਕੰਮ ਕਰ ਸਕਦੇ ਜੀ। ਔਰ ਜੇ ਕੰਮ ਨਹੀਂ ਕਰਨਗੇ ਤੇ ਪਹਿਲੇ 4.5 ਸਾਲ ਸਰਕਾਰ ਨੇ ਜੋ ਗਲਤੀਆਂ ਕੀਤੀ ਹੈ, ਜਿਨ੍ਹਾਂ ਗਲਤੀਆਂ ਦੇ ਉੱਤੇ ਸਿੱਧੂ ਉਹਨਾਂ ਨੂੰ ਘੇਰਨ ਵਾਸਤੇ ਤਿਆਰ ਖੜੇ ਨੇ, ਉਹਦਾ ਸਾਰਾ ਡਿਸਕ੍ਰੈਡਿਟ ਇੱਕ ਨਵੇਂ ਮੰਤਰੀ ਦੇ ਉੱਤੇ ਹੋਰ ਪੈ ਜਾਏਗਾ। ਯਾਨੀ ਕੋਈ ਵੀ ਸਿਆਣਾ ਸਿਆਸਤਦਾਨ ਜੋ ਆਖਰੀ 6 ਮਹੀਨੇ ਦੇ ਵਿੱਚ ਝੰਡੀ ਵਾਲੀ ਗੱਡੀ ਲੈਣ ਵਾਸਤੇ, ਆਪਣੀ ਬਦਨਾਮੀ, ਆਪਣੇ ਆਪ ਨੂੰ ਡਿਸਕ੍ਰੈਡਿਟ ਦੇਣ ਵਾਸਤੇ ਕੋਈ ਵੀ ਇੱਦਾਂ ਦੀ ਗੱਲ ਨਹੀਂ ਕਰੇਗਾ ਜਾਂ ਕਰਨਾ ਨਹੀਂ ਚਾਹੇਗਾ ਕਿ 6 ਮਹੀਨੇ ਦੇ ਵਿੱਚ ਅਸੀਂ ਕੋਈ ਕੰਮ ਨਹੀਂ ਕਰ ਪਾਏ ਜਾਂ ਜਿਹੜਾ ਕੰਮ ਹਜੇ ਤੱਕ ਨਹੀਂ ਹੋਇਆ ਉਹਨੂੰ ਕਰਨ ਦੀ ਜ਼ਿੰਮੇਵਾਰੀ ਲਈਏ ਤੇ ਅੱਗੇ ਚੱਲ ਕੇ ਇਹਦਾ ਸਿਆਸੀ ਨੁਕਸਾਨ ਹੋ ਸਕਦਾ ਹੈ। ਪਰ ਚਲੋ, ਝੰਡੀ ਵਾਲੀ ਗੱਡੀ ਲੈਣ ਦੀ ਆਦਤ ਜਾਂ ਸ਼ੌਂਕ ਹਰ ਵਿਅਕਤੀ ਨੂੰ ਹੁੰਦਾ ਹੈ ਤੇ ਇਹਦੇ ਵਿੱਚ ਜਿਹੜੀ ਗੱਲਾਂ ਅਸੀਂ ਨੈਤਿਕਤਾ ਦੀ ਕਰ ਰਹੇ ਹਾਂ, ਨਫੇ ਨੁਕਸਾਨ ਦੀ ਕਰ ਰਹੇ ਹਾਂ, ਜੇ ਝੰਡੀ ਵਾਲੀ ਗੱਡੀ ਮਿਲਦੀ ਹੋਏ ਤੇ ਉਹ ਨਫਾ ਨੁਕਸਾਨ ਵੀ ਲੋਕੀ ਭੁੱਲ ਜਾਂਦੇ ਨੇ ਕਿ ਚਾਹੇ 4 ਮਹੀਨੇ ਵਾਸਤੇ ਹੀ ਵਜ਼ਾਰਤ ਤੇ ਇੰਜੋਏ ਕਰੀਏ, ਵਜ਼ੀਰ ਬਣ ਜਾਈਏ, ਸਾਡੇ ਘਰ ਦੇ ਬਾਹਰ ਵੀ ਗਾਰਡ ਲੱਗ ਜਾਏ, ਸਾਡੇ ਕੋਲ ਵੀ ਅੱਗੇ ਪਿੱਛੇ ਜਿਪਸੀਆਂ ਚੱਲਣ, ਤੇ ਸ਼ੌਂਕ ਤੇ ਸਾਰਿਆਂ ਨੂੰ ਹੁੰਦਾ ਹੈ। ਹੁਣ ਉਹ ਸ਼ੌਂਕ ਕਰ ਲੈਣ ਜਾਂ ਸਿਆਸਤ ਵਿੱਚ ਆਪਣਾ ਕੱਦ ਵੱਡਾ ਕਰ ਲੈਣ, ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਬਿਲਕੁਲ, ਸਾਰੀ ਉਮਰ ਲਈ ਪਿੱਛੇ ਨਾਂ ਦੇ ਪਿੱਛੇ ਲੱਗ ਜਾਂਦਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਮੂੰਹ ਭਰਦਾ ਹੈ ਜਿੱਦਾਂ ਫੁੱਫੜਾ ਕਹਿਣ ਲੱਗਿਆ ਐ ਮੂੰਹ ਫੁੱਲ ਜਾਂਦਾ ਨਾ। ਇਸੇ ਤਰੀਕੇ ਨਾਲ ਕੈਬਨਿਟ ਵਾਲੇ ਵੀ ਜਿੰਨੇ ਵਜ਼ੀਰ ਆ ਇਹ ਵੀ ਪੰਜਾਬ ਦੇ ਫੁੱਫੜੀ ਨੇ ਇੱਕ ਤਰ੍ਹਾਂ ਨਾਲ, ਇਹ ਬਣੇ ਤਾਂ ਇੱਦਾਂ ਹੀ ਨੇ। ਇਹਨਾਂ ਲਈ ਵੀ ਚਿੱਟੀ ਚਾਦਰ ਵਿਛਦੀ ਆ, ਜਿੱਥੇ ਵੀ ਜਾਂਦੇ ਨੇ ਮੁੜ ਕੇ ਬਾਅਦ ਚ ਭਾਵੇਂ ਪਤਾ ਲੱਗੇ ਕਿ ਜੁੱਤੀਆਂ ਸਮੇਤ ਹੀ ਚੜ੍ਹ ਗਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।